कई करोड़ रुपए या कई ਲੱਖਾਂ रुपये डोनेशन दे के पहुंचा है VC ਦੇ ਇਸ ਅਹੁਦੇ ਦੇ ਉੱਤੇ ਤੇ ਜਿੰਨੇ ਪੈਸੇ ਲਾਏ ਨੇ ਫਿਰ ਉਹ ਕਮਾਉਣੇ ਵੀ ਹੈ। ਇਹਦੇ ਸਾਹਮਣੇ ਤਾਂ ਮੈਨੂੰ ਲੱਗਦਾ ਜੇ ਜ਼ੋਰ ਨਾਲ ਨਾਰਾ ਮਾਰਦੀ ਸ਼ਾਇਦ ਹੋ ਸਕਦਾ ਉਹੀ ਨਾ ਮਰ ਜਾਵੇ। ਪਹਿਲਾਂ ਅਨਸਰ ਸਾਰੇ ਕਿਤੇ ਹੀ ਬੈਰੀਕੇਡ ਬਣਾਤੇ, ਸੂਲਾਂ ਵਾਲੇ ਵੱਡੇ ਵੱਡੇ ਬੈਰੀਕੇਡ, ਜਿਵੇਂ ਇੱਥੇ ਵਿਦਿਆਰਥੀ ਨਾ ਰਹਿੰਦੇ ਹੋਣ, ਕੋਈ ਅੱਤਵਾਦੀ ਰਹਿੰਦੇ ਹੋਣ। ਆਪਦੇ ਘਰ ਤੋਂ ਅੱਧਾ ਕਿਲੋਮੀਟਰ ਦੂਰ ਦਫ਼ਤਰ ਜਾਣਾ, ਉਹ ਵੀ ਕਦੇ ਹਫ਼ਤੇ 2 ਹਫ਼ਤੇ ਬਾਅਦ ਮੂੰਹ ਦਿਖਾਉਣਾ। ਉਹ ਅਸਲ ਵਿੱਚ ਮਾਸਟਰਮਾਈਂਡ ਨੇ ਜਿਹੜੇ ਯੂਨੀਵਰਸਿਟੀ ਦੇ ਵਿੱਚ ਸੰਘ ਦੇ ਏਜੰਡੇ ਜਿਹੜੇ ਲਾਗੂ ਹੁੰਦੇ ਨੇ। ਵੀ ਜਿਵੇਂ ਇੱਥੇ ਲਹਿਰਾਇਆ, ਇਹਦਾ ਕੋਸ਼ਿਸ਼ ਤਾਂ ਇਹੀ ਆ ਵੀ ਇਸ ਯੂਨੀਵਰਸਿਟੀ ਦੇ ਵਿੱਚ ਵੀ ਇਸੇ ਤਰ੍ਹਾਂ ਭਗਵਾ ਰੰਗ ਤੇ ਇਹ ਤਰਸ਼ੂਲ ਥਾਂ ਥਾਂ ਦੇ ਉੱਤੇ ਲਗਾ ਦਿੱਤੇ ਜਾਣ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ RMP ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਇਸ ਵਕਤ ਅਸੀਂ ਮੌਜੂਦ ਹਾਂ ਪੰਜਾਬ ਯੂਨੀਵਰਸਿਟੀ ਤੇ ਪਿੱਛੇ ਜਿਹੜੀ ਤੁਸੀਂ ਮੇਰੇ ਬਿਲਕੁਲ ਬੈਰੀਗੇਟਿੰਗ ਦੇਖ ਰਹੇ ਹੋ, ਇਹ ਵਾਈਸ ਚਾਂਸਲਰ ਦਾ ਘਰ ਆ। ਇਹ ਉਹਨਾਂ ਦੀ ਰਿਹਾਇਸ਼ ਆ ਯੂਨੀਵਰਸਿਟੀ ਦੇ ਅੰਦਰ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਬੈਰੀਗੇਟਿੰਗ ਕੀਤੀ ਹੋਈ ਆ। ਖਾਸ ਕਰਕੇ ਮੈਂ ਆਪਣੇ ਸਹਿਯੋਗੀ ਨੂੰ ਚਾਹੂੰਗਾ ਵੀ ਆਹ ਵਾਲੀਆਂ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ, ਜਿੱਥੇ ਇੱਕ ਕੰਡਿਆਲੀ ਤਾਰ ਲਾਈ ਹੋਈ ਆ। ਚਾਰੇ ਪਾਸਿਓਂ ਉਹਨਾਂ ਦੀ ਰਿਹਾਇਸ਼ ਨੂੰ ਇੱਦਾਂ ਹੀ ਬੈਰੀਗੇਟਿੰਗ ਕੀਤੀ ਗਈ ਆ। ਤੇ ਇਹ ਵੀ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਹੈ ਵੀ ਹੁਣ VC ਸਾਹਿਬ ਜਦੋਂ ਵੀ ਦਫ਼ਤਰ ਜਾਂਦੇ ਨੇ, ਉਹਨਾਂ ਦੀਆਂ ਗੱਡੀਆਂ ਨੂੰ ਅਸਕੌਟ ਕੀਤਾ ਜਾਂਦਾ ਜਿਵੇਂ ਕੋਈ ਕੈਬਨਿਟ ਰੈਂਕ ਦਾ ਮਿਨਿਸਟਰ ਜਾ ਰਿਹਾ ਹੋਵੇ। ਸਾਡੇ ਨਾਲ ਅਮਨ ਹੋਣਗੇ ਲਲਕਾਰ ਤੋਂ, PU ਤੋਂ ਨੇ। ਇਹਨਾਂ ਤੋਂ ਪੁੱਛਦੇ ਹਾਂ ਵੀ ਕੀ ਇਹ ਚੀਜ਼ਾਂ ਪਹਿਲਾਂ ਵੀ ਹੁੰਦੀਆਂ ਸੀ ਜਾਂ ਪਹਿਲਾਂ ਵਾਲੇ VC ਵੀ ਇੱਦਾਂ ਕਰਦੇ ਸੀ, ਜਾਂ ਜਿਹੜਾ ਇਹ ਧਰਨਾ ਲੱਗਿਆ ਹੋਇਆ ਹੈਗਾ ਉਹਦੇ ਕਰਕੇ ਆ ਵੀ ਹੋ ਸਕਦਾ ਵੀ ਵਿਦਿਆਰਥੀ ਇੱਥੇ ਧਰਨਾ ਲਾਉਣਾ ਚਾਹੁੰਦੇ ਹੁਣ। ਰੀਜ਼ਨ ਕੀ ਆ ਜਾਂ ਕਦੋਂ ਦੀ ਇਹ ਬੈਰੀਗੇਟਿੰਗ ਆ? ਅਮਨ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਬਹੁਤ ਧੰਨਵਾਦ ਜੀ। ਇਹ ਬੈਰੀਕੇਡਿੰਗ ਕਦੋਂ ਦੀ ਆ? ਪਹਿਲਾਂ ਦੀ ਆ ਕਿ ਹੁਣ ਧਰਨੇ ਕਰਕੇ ਵੀ ਤਾਂ ਕਰਕੇ ਲਾਇਆ ਵਾ? ਨਹੀਂ, ਇਹਦੀ ਬੈਰੀਕੇਡਿੰਗ 3 ਸਾਲ ਹੋਏ ਨੇ ਇਹਨੂੰ ਆਏ ਨੂੰ, ਤੇ 2.5-3 ਸਾਲ ਤੋਂ ਹੀ ਇਹ 2.5 ਸਾਲ ਹੋ ਗਏ ਨੇ ਇਹਨੂੰ ਬੈਰੀਕੇਡਿੰਗ ਆਉਣ ਸਾਰ। ਪਹਿਲੇ 6 ਮਹੀਨਿਆਂ ਦੇ ਵਿੱਚ ਕੰਮ ਹੀ ਇਹ ਕੀਤਾ ਗਿਆ ਵੀ ਯੂਨੀਵਰਸਿਟੀ ਦੀ ਭਲਾਈ ਦੀਆਂ ਗੱਲਾਂ ਬਹੁਤ ਦੂਰ ਦੀਆਂ ਨੇ। ਪਹਿਲਾਂ ਆਉਣ ਸਾਰ ਸਾਰੇ ਕਿਤੇ ਹੀ ਬੈਰੀਕੇਡ ਬਣਾਤੇ, ਸੂਲਾਂ ਵਾਲੇ ਵੱਡੇ ਵੱਡੇ ਬੈਰੀਕੇਡ, ਜਿਵੇਂ ਇੱਥੇ ਵਿਦਿਆਰਥੀ ਨਾ ਰਹਿੰਦੇ ਹੋਣ, ਕੋਈ ਅੱਤਵਾਦੀ ਰਹਿੰਦੇ ਹੋਣ, ਕੋਈ ਬਹੁਤ ਵੱਡਾ ਖਤਰਾ ਹੋਵੇ। ਸਮੱਸਿਆ ਕੀ ਸੀ ਵੀ ਜਦੋਂ ਆਇਆ ਨਾ, ਉਦੋਂ ਸੋਚ ਕੇ ਹੀ ਆਇਆ ਸੀ ਵੀ ਮੈਂ ਕੁਛ ਏਜੰਡੇ ਲਾਗੂ ਕਰਨੇ ਆ, ਮੈਂ ਸੰਘ ਦੇ ਏਜੰਡੇ ਲਾਗੂ ਕਰਨੇ ਆ, ਤੇ ਜਦੋਂ ਏਜੰਡੇ ਉਹ ਲਾਗੂ ਹੋਣਗੇ ਫਿਰ ਵਿਰੋਧ ਵੀ ਹੋਊਗਾ, ਫਿਰ ਧਰਨੇ ਲੱਗਣਗੇ। ਇਸ ਕਰਕੇ ਪਹਿਲਾਂ ਹੀ ਉਹਦਾ ਅਨੁਸਾਰ ਇੰਤਜ਼ਾਮ ਇਹ ਕੀਤਾ ਗਿਆ ਸੀ ਵੀ ਹਰੇਕ ਥਾਂ ਤੇ ਕੰਡਿਆਲੀਆਂ ਤਾਰਾਂ, ਬੈਰੀਕੇਡਿੰਗ ਲਾਈ ਜਾਵੇ। ਨਹੀਂ ਤਾਂ ਸਾਨੂੰ ਯਾਦ ਆ ਸੀ ਜੋ 3 ਸਾਲ ਤੋਂ ਪਹਿਲਾਂ, ਇਹ ਤੋਂ ਪੁਰਾਣੇ VC ਦੇ ਵੇਲੇ ਧਰਨੇ ਲਾਉਂਦੇ ਹੁੰਦੇ ਸੀ, ਤਾਂ ਉਦੋਂ ਆਹ ਵਾਲੀ ਬੈਰੀਕੇਡ ਤੋਂ ਅੰਦਰ ਜਾ ਕੇ ਉੱਥੇ ਵੀ ਲਾਉਂਦੇ ਰਹੇ, ਉਹਦੇ ਗੇਟ ਦੇ ਮੂਹਰੇ ਵੀ। ਪੁੱਟਾ ਵਾਲੇ ਨੇ ਧਰਨਾ ਲਾਇਆ, ਉਹਨਾਂ ਨੇ ਵੀ ਲਾਇਆ, 1 ਮਹੀਨਾ ਧਰਨਾ ਲੱਗਦਾ ਰਿਹਾ। ਤਾਂ ਇਹ ਦਰਅਸਲ ਇਸ VC ਦੀ ਕੋਈ ਇਹ ਨੀਤੀ ਇਹਨੇ ਹਰੇਕ ਪਾਸੇ, ਇੱਥੇ ਵੀ ਦਫ਼ਤਰ ਦੇ ਵਿੱਚ ਵੀ ਆਪਦੇ ਇਹੀ ਹਾਲ ਕੀਤਾ ਹੋਇਆ। ਉੱਥੇ ਵੀ ਬੈਰੀਕੇਡਿੰਗ ਲਾਤੀ, ਚਲੋ ਉੱਥੇ ਸਾਹਮਣੇ ਧਰਨਾ ਲੱਗਿਆ ਤੇ ਇੱਥੇ ਵੀ ਬਿਲਕੁਲ। ਉੱਥੇ ਧਰਨਾ ਤਾਂ ਹੋਣ ਲੱਗਿਆ ਨਾ, ਉੱਥੇ ਤਾਂ ਵੈਸੇ ਹੀ ਬੈਰੀਕੇਡਿੰਗ ਹੁੰਦੀ ਆ ਪੂਰੀ, ਸਾਰੇ ਪਾਸਿਓਂ ਬੈਰੀਕੇਡ ਕੀਤਾ ਪਿਆ ਵਾ, ਤੁਸੀਂ ਕਿਸੇ ਪਾਸਿਓਂ ਐਂਟਰ ਨਹੀਂ ਕਰ ਸਕਦੇ। ਤੇ ਜਦੋਂ ਵਾਈਸ ਚਾਂਸਲਰ ਨੇ ਨਿਕਲਣਾ ਹੁੰਦਾ ਇੱਥੋਂ, ਸਿਕਿਉਰਿਟੀ ਗਾਰਡ ਬਾਹਰ ਖੜੇ ਆ, ਇੱਕ ਰੂਟ ਬਣਾਇਆ ਹੋਇਆ, ਤੇ ਸਾਰੇ ਸਿਕਿਉਰਿਟੀ ਗਾਰਡ ਵਿਚਾਰੇ ਤੰਗ ਨੇ। ਇੱਕ ਤਾਂ ਵੈਸੇ ਹੀ 5-7-10 ਹਜ਼ਾਰ ਰੁਪਏ ਕੰਟਰੈਕਟ ਤੇ ਭਰਤੀ ਨੇ, ਉੱਤੋਂ ਦੀ ਸੀਟਾਂ ਲੈ ਕੇ ਖੜਾ ਕਰ ਦਿੰਦਾ ਸੜਕ ਦੇ ਉੱਤੇ, ਜੋ ਕੋਈ ਗੱਡੀ, ਕੋਈ ਬੰਦਾ, ਕੋਈ ਬਾਈਕ ਖੜੀ ਨਹੀਂ ਹੋਣ ਦੇਣੀ, ਤੇ ਐਸਕੌਟ ਕਰਦੀਆਂ ਇਹਨੂੰ ਗੱਡੀਆਂ ਜਿਵੇਂ ਕੋਈ ਕਾਫਲਾ ਜਾਂਦਾ ਹੋਵੇ। ਤੇ ਆਪਦੀ ਹੀ ਯੂਨੀਵਰਸਿਟੀ 'ਚ ਆਪਦੇ ਘਰ ਤੋਂ ਅੱਧਾ ਕਿਲੋਮੀਟਰ ਦੂਰ ਦਫ਼ਤਰ ਜਾਣਾ, ਉਹ ਵੀ ਕਦੇ ਹਫ਼ਤੇ 2 ਹਫ਼ਤੇ ਬਾਅਦ ਮੂੰਹ ਦਿਖਾਉਣਾ। ਅੱਜ ਸਵੇਰੇ ਆਇਆ ਉੱਥੇ ਦਫ਼ਤਰ, ਅਸੀਂ ਇੱਕ ਪਾਸੇ ਧਰਨਾ ਲਾਇਆ, ਦੂਜੇ ਪਾਸਿਓਂ ਆਇਆ ਸੀ, ਨਾਅਰੇਬਾਜ਼ੀ ਵੀ ਕੀਤੀ ਹੈ, ਪਰ ਉੱਥੇ ਦੇਖਿਆ ਵੀ ਇੱਕ ਗੱਡੀ ਆ ਮੂਹਰੇ, ਪਿੱਛੇ ਸਕੂਟੀ ਦੇ ਉੱਤੇ 2 ਗਾਰਡ ਨੇ, ਫਿਰ ਇਹਦੀ ਗੱਡੀ ਆ, ਫਿਰ ਪਿੱਛੇ ਇੱਕ ਹੋਰ ਗੱਡੀ ਆ, ਮਤਲਬ 4-5 ਗੱਡੀਆਂ ਦਾ ਕਾਫਲਾ ਲੈ ਕੇ ਚੱਲਦਾ। ਇਹ ਇੰਨਾ ਖਤਰਾ ਇਹਨੂੰ ਵਿਦਿਆਰਥੀਆਂ ਤੋਂ ਇੱਥੇ ਰਹਿੰਦੇ ਹੋਏ ਲੱਗਦਾ ਹੈ। ਤੁਹਾਨੂੰ ਕੀ ਲੱਗਦਾ ਵੀ ਕਾਰਨ ਕੀ ਹੋ ਸਕਦਾ ਹੈਗਾ? ਜੇ ਆਪਾਂ ਚਲੋ ਇੱਕ ਅਹੁਦਾ ਹੈਗਾ, ਵੱਡਾ ਅਹੁਦਾ ਹੈਗਾ ਯੂਨੀਵਰਸਿਟੀ ਦਾ, ਪਰ ਹੈਗੇ ਤਾਂ ਇੱਕ ਪ੍ਰੋਫੈਸਰ ਹੀ ਨੇ, ਵੀ ਇਦਾਂ ਦੀ ਚੀਜ਼ ਕਿਉਂ ਅਪਣਾਈ ਹੋਈ ਆ? ਕਾਰਨ ਕੀ ਹੋ ਸਕਦਾ ਹੈਗਾ? ਕੋਈ ਗੰਭੀਰ ਕਾਰਨ ਹੀ ਹੋਊਗਾ ਨਾ? ਬਿਲਕੁਲ ਗੰਭੀਰ ਕਾਰਨ। ਕੋਈ ਜਾਨ ਦਾ ਖਤਰਾ ਉਹਨਾਂ ਨੂੰ? ਨਹੀਂ, ਜਾਨ ਦਾ ਖਤਰਾ ਨਹੀਂ। ਗੱਲ ਕੀ ਹੈ ਵੀ ਵਿਰੋਧ ਦਾ ਖਤਰਾ ਹੈ। ਤੇ ਜਿਵੇਂ ਕੋਈ ਗੱਲ ਕਰ ਰਹੇ ਸੀ, ਕਹਿੰਦੇ ਵੀ ਇਹਦੇ ਸਾਹਮਣੇ ਤਾਂ ਮੈਨੂੰ ਲੱਗਦਾ ਜੇ ਜ਼ੋਰ ਨਾਲ ਨਾਰਾ ਮਾਰਦੀ ਸ਼ਾਇਦ ਹੋ ਸਕਦਾ ਉਹੀ ਨਾ ਮਰ ਜਾਵੇ। ਜਿਸ ਹਿਸਾਬ ਨਾਲ ਜਿੰਨੀ ਵਿਰੋਧ ਤੋਂ ਇਹਨੂੰ ਬਹੁਤ ਸਮੱਸਿਆ ਹੈ, ਸਿਰਫ ਇਹਨੂੰ ਨਹੀਂ, ਸਾਰੇ ਸੰਘੀਆਂ ਨੂੰ ਬਹੁਤ ਸਮੱਸਿਆ ਹੈ ਵੀ ਸਾਡੇ ਖਿਲਾਫ ਕੋਈ ਆਵਾਜ਼ ਨਾ ਚੱਕੀ ਜਾਵੇ, ਸਾਡੇ ਕੰਨਾਂ 'ਚ ਕੋਈ ਵਿਰੋਧ ਦੀ ਆਵਾਜ਼ ਨਾ ਪਵੇ। ਦੂਸਰਾ, ਅਸੀਂ ਚੁੱਪ-ਚਾਪ ਆਪਦੇ ਏਜੰਡੇ ਲਾਗੂ ਕਰਦੇ ਰਹੀਏ। ਇਸ ਕਰਕੇ ਤੁਸੀਂ ਹੈਰਾਨ ਹੋਵੋਗੇ ਸੋਚ ਕੇ ਵੀ ਪਿਛਲੇ 2 ਸਾਲ 'ਚੋਂ ਹਾਰਡਲੀ ਮੈਨੂੰ ਲੱਗਦਾ 5 ਜਾਂ 7 ਵਾਰ ਇਹ ਆਪਦੇ ਦਫ਼ਤਰ ਗਿਆ ਹੋਣਾ।
ਹੁਣ ਵੀ ਆਪਣੇ ਸਾਹਮਣੇ ਇੱਥੋਂ ਇਹਨਾਂ ਦੇ ਸੈਕਟਰੀ ਟੂ ਵੀਸੀ ਦਵਿੰਦਰ ਗਏ ਨੇ ਅੰਦਰ, ਮੇਰੇ ਲਾਅ ਦੇ ਪ੍ਰੋਫੈਸਰ ਨੇ ਉਹ, ਤੇ ਉਹ ਅਸਲ ਵਿੱਚ ਮਾਸਟਰਮਾਈਂਡ ਨੇ ਜਿਹੜੇ ਯੂਨੀਵਰਸਿਟੀ ਦੇ ਵਿੱਚ ਸੰਘ ਦੇ ਏਜੰਡੇ ਜਿਹੜੇ ਲਾਗੂ ਹੁੰਦੇ ਨੇ। ਘਰੇ ਉਹਨਾਂ ਨੂੰ ਜਾ ਕੇ ਇਸ ਵੀਸੀ ਨੂੰ ਮਿਲਿਆ ਜਾ ਰਿਹਾ ਵਾ, ਘਰੇ ਹੀ ਸਾਰੀਆਂ ਮੀਟਿੰਗਾਂ ਹੁੰਦੀਆਂ ਨੇ, ਆਨਲਾਈਨ ਮੀਟਿੰਗਾਂ ਵੀ ਘਰੋਂ ਚਲਾਈਆਂ ਜਾਂਦੀਆਂ ਨੇ, ਕਿਉਂਕਿ ਇੰਨਾ ਡਰ ਲੱਗਦਾ ਵੀ ਜੇ ਬਾਹਰ ਕਿਤੇ ਨਿਕਲਿਆ ਏ ਤਾਂ ਨਾ ਤਾਂ ਟੀਚਰ ਖੁਸ਼ ਨੇ, ਨਾ ਸੈਨੇਟਰ ਖੁਸ਼ ਨੇ, ਨਾ ਵਿਦਿਆਰਥੀ ਖੁਸ਼ ਨੇ, ਨਾ ਹੀ ਕੋਈ ਹੋਰ ਖੁਸ਼ ਆ, ਤਾਂ ਕੋਈ ਨਾ ਕੋਈ ਕਿਤੇ ਨਾ ਕਿਤੇ ਘੇਰ ਹੀ ਨਾ ਲਵੇ, ਗੱਡੀ ਦੇ ਮੂਹਰੇ ਹੀ ਨਾ ਜੇ। ਇਸ ਕਰਕੇ ਡਰ ਇਹੀ ਹੈ ਵੀ ਵਿਰੋਧ ਹੋ ਰਿਹਾ ਵਾ, ਕੁਛ ਕਰਨਾ ਹੀ ਨਹੀਂ ਜਦੋਂ ਯੂਨੀਵਰਸਿਟੀਆਂ ਦੇ ਲਈ। ਪਰ ਦੂਜੀ ਗੱਲ ਇਹ ਸਮਝਣਾ ਚਾਹੀਦਾ ਵੀ ਜਿੱਡਾ ਵੱਡਾ ਅਹੁਦਾ ਓਡੀ ਵੱਡੀ ਇੱਕ ਜ਼ਿੰਮੇਵਾਰੀ ਵੀ ਬਣਦੀ ਹੈ। ਤੁਸੀਂ ਇੱਕ ਯੂਨੀਵਰਸਿਟੀ ਚਲਾ ਰਹੇ ਹੋ, ਤੁਸੀਂ ਵਿਦਿਆਰਥੀਆਂ ਦੀ ਇਸ ਯੂਨੀਵਰਸਿਟੀ ਦੇ ਉਪ ਕੁਲਪਤੀ ਹੋ, ਤੇ ਤੁਹਾਡਾ ਫਰਜ਼ ਬਣਦਾ ਵੀ ਤੁਸੀਂ ਉੱਥੋਂ ਦੀਆਂ ਸਮੱਸਿਆਵਾਂ ਨੂੰ ਖਤਮ ਕਰੋ, ਉਸ ਦੀਆਂ ਸਮੱਸਿਆਵਾਂ ਨੂੰ ਹੱਲ ਕਰੋ। ਹੱਲ ਤਾਂ ਕਰਨਾ ਬਹੁਤ ਦੂਰ ਦੀ ਗੱਲ ਆ, ਤੁਸੀਂ ਸੁਣਦੇ ਹੀ ਨਹੀਂ, ਤੁਸੀਂ ਧਰਨਿਆਂ 'ਚ ਹੀ ਨਹੀਂ ਆਉਂਦੇ। ਮੈਂ 3 ਸਾਲਾਂ 'ਚ ਸਿਰਫ ਇੱਕ ਵਾਰ ਇਸ ਵਾਈਸ ਚਾਂਸਲਰ ਦਾ ਚਿਹਰਾ ਦੇਖਿਆ, ਜਦੋਂ ਪਿਛਲੇ ਸਾਲ ਇੱਥੇ ਹੀ ਸੈਨੇਟ ਦੀਆਂ ਚੋਣਾਂ ਹੋਣੀਆਂ ਸੀ। ਚੰਡੀਗੜ੍ਹ ਪ੍ਰਸ਼ਾਸਨ ਨੇ ਜਦੋਂ ਇਹ ਲਿਖ ਕੇ ਦਿੱਤਾ ਸੀ ਵੀ ਚੋਣਾਂ ਕਰਾਓ, ਤੇ ਉਦੋਂ ਸੈਨੇਟਰਾਂ ਨੇ ਬਹੁਤ ਵੱਡਾ ਧਰਨਾ ਕੀਤਾ ਸੀ। ਉਦੋਂ ਇਹ ਬਾਹਰ ਨਿਕਲਿਆ ਸੀ ਕੁਛ ਕੁ ਮਿੰਟਾਂ ਦੇ ਲਈ, ਉਹ ਵੀ ਬੈਰੀਕੇਡ ਦੇ ਅੰਦਰ ਹੀ ਖੜਾ ਰਿਹਾ, ਬਹੁਤਾ ਬਾਹਰ ਨਹੀਂ ਆਇਆ। ਆਪਦੇ ਆਸ-ਪਾਸ ਪੂਰੀ ਆਪਦੇ ਪ੍ਰੋਫੈਸਰਾਂ ਦੀ ਫੌਜ ਲੈ ਕੇ ਆਇਆ ਸੀ। ਉਸ ਵੇਲੇ ਸਿਰਫ ਇੱਕੋ ਇੱਕ ਮੌਕਾ ਜਦੋਂ ਤੁਸੀਂ ਇਸ ਵੀਸੀ ਦੀ ਸ਼ਕਲ ਦੇਖੀ ਸੀ, ਨਹੀਂ ਤਾਂ ਇਹ ਬਾਹਰ ਹੀ ਨਹੀਂ ਨਿਕਲਦਾ। ਤੁਹਾਨੂੰ ਕੀ ਲੱਗਦਾ ਹੈਗਾ ਵੀ ਜੇ ਵਿਰੋਧ ਦੀ ਗੱਲ ਹੁੰਦੀ ਹੈ, ਵਿਰੋਧ ਤਾਂ ਪਹਿਲਾਂ ਵਾਲੇ ਵਾਈਸ ਚਾਂਸਲਰਾਂ ਦਾ ਵੀ ਹੁੰਦਾ ਹੋਊ, ਪ੍ਰੋਫੈਸਰਾਂ ਦਾ ਵੀ ਵਿਰੋਧ ਕਰਦੇ ਆ ਵਿਦਿਆਰਥੀ, ਬੜਾ ਕੁਝ ਚੱਲਦਾ ਰਹਿੰਦਾ ਹੈਗਾ, ਪਰ ਇਹ ਕੀ ਗੱਲ ਬਣੀ? ਤੁਹਾਨੂੰ ਕੀ ਲੱਗਦਾ ਹੈਗਾ ਵੀ ਇਦਾਂ ਦਾ ਕਿਤੇ ਹੁੰਦਾਗਾ ਉਹ ਵੀ ਯੂਨੀਵਰਸਿਟੀਆਂ ਦੇ ਅੰਦਰ ਇਹ ਜਿਹੀ ਬੈਰੀਕੇਟਿੰਗ ਹੋਵੇ? ਇਹ ਜੀ ਤਾਂ ਕਿਸਾਨੀ ਅੰਦੋਲਨ ਤੇ ਵੀ ਨਹੀਂ, ਮੈਨੂੰ ਲੱਗਦਾ ਕਰੀ ਉਹਨਾਂ ਨੇ। ਬਿਲਕੁਲ ਹਾਂਜੀ, ਇਹ ਹੋਣੀ ਨਹੀਂ ਚਾਹੀਦੀ। ਇਹਦੀ ਮਤਲਬ ਤੁਕ ਨਹੀਂ, ਜਿਵੇਂ ਤੁਸੀਂ ਕਿਹਾ ਨਾ ਵੀ ਕੋਈ ਲੌਜਿਕ ਦਿਓ, ਸਾਡੇ ਕੋਲ ਲੌਜਿਕ ਹੈ ਨਹੀਂਗਾ। ਸਾਨੂੰ ਇਹ ਵੀ ਨਹੀਂ ਸਮਝ ਆ ਰਿਹਾ ਵੀ ਇਹ ਜਿਹੜਾ ਕੁਝ ਕਰ ਰਹੇ ਨੇ ਉਹਦਾ ਕੋਈ ਲੌਜਿਕ ਹੈ ਕਿ ਨਹੀਂ ਹੈ। ਉਹ ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਵਾਲੀ ਸੜਕ ਬੰਦ ਕਰਤੀ, ਅਸੀਂ ਖੁਲਵਾਈ ਉਦੋਂ ਕਹਿੰਦੇ ਵਾਸਤੂ ਸ਼ਾਸਤਰ ਹੈ ਸ਼ਾਇਦ, ਵੀ ਪੱਛਮ ਵਾਲੇ ਪਾਸਿਓਂ ਵੀਸੀ ਨੂੰ ਲੱਗਦਾ ਕੋਈ ਗ੍ਰਹਿ ਗਰੂ ਪਤਾ ਨਹੀਂ ਕੀ ਸਮੱਸਿਆਵਾਂ ਆ ਜਾਣੀਆਂ, ਇਸ ਕਰਕੇ ਉਹ ਬੰਦ ਹੈ। ਅੱਜ ਅਸੀਂ ਖੁਲਵਾਤੀ ਸੀ, ਅੱਜ ਫੇਰ ਸਵੇਰੇ ਬੈਰੀਕੇਡ ਲਾਉਣ ਲੱਗੇ ਸੀ, ਉਹ ਤਾਂ ਧਰਨਾ ਚੱਲ ਰਿਹਾ ਕਰਕੇ ਉਦੋਂ ਦੁਬਾਰਾ ਫੇਰ ਖੋਲਤੀ। ਦੂਜਾ ਯੂਨੀਵਰਸਿਟੀ 'ਚ ਆ ਜਿਵੇਂ ਥੱਲੇ ਆਹ ਮਾੜਾ ਹੈ ਕੁਛ ਲੱਗ ਰਿਹਾ ਹੈ, ਇਹਨੂੰ ਪੱਟ ਕੇ ਹੋਰ ਕੰਸਟਰਕਸ਼ਨਾਂ ਹੋਈ ਜਾਂਦੀਆਂ ਨੇ। ਗਰਾਊਂਡ ਹੈ, ਤੁਸੀਂ ਇਹਦੇ ਘਰ ਦੀ ਬੈਰੀਕੇਡਿੰਗ ਛੱਡੋ, ਗਰਾਊਂਡ ਤੇ ਏਡੇ ਸੂਣਾ ਵਾਲੇ ਉਹ ਪੂਰਾ ਸਾਰਾ ਗਰਾਊਂਡ ਨੂੰ ਕਵਰੇਜ ਉਹਦੀ ਫੁਟੇਜ ਲੈ ਕੇ ਦਿਖਾਇਓ। ਸਾਰੇ ਗਰਾਊਂਡ ਨੂੰ ਸਾਰੇ ਪਾਸੇ ਲੋਹਾ ਮੜਤਾ, ਇੱਕੋ ਐਂਟਰੈਂਸ ਇੱਧਰ ਹੈ, ਇੱਕ ਉੱਧਰ ਐਂਟਰੈਂਸ ਹੈ। ਪਹਿਲਾਂ ਵਿਦਿਆਰਥੀ ਦੱਸ ਰਹੇ ਨੇ ਜਿਹੜੇ ਪੁਰਾਣੇ ਇੱਥੋਂ ਲੈ ਕੇ ਗਏ ਨੇ, ਜਿਹੜੇ ਆਏ ਨੇ ਧਰਨੇ ਤੇ, ਵੀ ਅਸੀਂ ਰਾਤ ਨੂੰ ਅੱਧੀ ਰਾਤ ਨੂੰ ਮੰਨ ਲਓ ਮੌਸਮ ਵਧੀਆ ਸੀ, ਜਾ ਕੇ ਗਰਾਊਂਡ 'ਚ ਸੌ ਜਾਂਦੇ ਸੀ। ਹੁਣ ਤਾਂ ਗਰਾਊਂਡ 'ਚ ਐਂਟਰ ਨਹੀਂ ਕਰ ਸਕਦੇ, 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ। ਇਹ ਵੀ ਹੋ ਸਕਦਾ ਕੀ ਪਤਾ ਸਰਕਾਰ ਵੱਲੋਂ ਕੋਈ ਦਿਸ਼ਾ ਨਿਰਦੇਸ਼ ਆ ਗਏ, ਹੁਣ ਵੀ ਖਿਡਾਰੀ ਪਹਿਲਾਂ ਹੀ ਬਹੁਤ ਹੋ ਗਏ, ਵੀ ਕੀ ਲੈਣਾ ਨਵੇਂ ਖਿਡਾਰੀਆਂ ਤੋਂ। ਨਹੀਂ ਦਿਸ਼ਾ ਨਿਰਦੇਸ਼ ਕੀ ਹੈ, ਗੱਲ ਕੀ ਹੈ ਵੀ ਤੰਗ ਕਰਨਾ, ਜਿੰਨਾ ਹੋ ਸਕੇ ਤੰਗ ਕਰਨਾ ਹਰੇਕ ਪਾਸਿਓਂ। ਬਸ ਕਰੋਨਾ ਦਾ ਬਹਾਨਾ ਲਾ ਕੇ ਜਿਹੜੀ ਚੀਜ਼ ਬੰਦ ਕਰਤੀ ਉਹਨੂੰ ਖੋਲ੍ਹਣਾ ਹੀ ਨਹੀਂ ਦੁਬਾਰਾ। ਕਰੋਨਾ ਦਾ ਬਹਾਨਾ ਲਾ ਕੇ ਗਰਾਊਂਡ ਬੰਦ ਕੀਤਾ ਸੀ। ਹੁਣ ਵਿਦਿਆਰਥੀ ਇਸ ਵੇਲੇ ਇਹ ਕਹਿ ਰਹੇ ਨੇ ਵੀ ਅਸੀਂ ਸਬ ਇੰਸਪੈਕਟਰ ਦਾ ਪੇਪਰ ਦਿੱਤਾ, ਸਾਡਾ ਅਗਾਂਹ ਫਿਜ਼ੀਕਲ ਆਉਣਾ ਵੀ। ਹੁਣ ਜਦੋਂ ਅਸੀਂ ਪੁਲਿਸ ਵਾਲਿਆਂ ਨੂੰ ਇਹਨਾਂ ਸਾਰਿਆਂ ਨੂੰ ਇੱਕ ਗੱਲ ਪੁੱਛਦੇ ਹਾਂ ਵੀ ਤੁਸੀਂ ਕੀ 2 ਘੰਟੇ ਭੱਜ ਕੇ ਪੇਪਰ ਕਲੀਅਰ ਕਰ ਲਿਆ ਸੀ? ਇਹਨਾਂ ਨੇ ਪ੍ਰੈਕਟਿਸ ਕਰਨੀ ਹੈ, ਤੇ ਜਿਹੜਾ ਗੇਮ ਖੇਡਦਾ ਉਹਨੂੰ ਗਰਮੀ ਧੁੱਪ ਕਰੋਨਾ ਕੀ ਕਹਿੰਦਾ ਉਹਨੂੰ ਪੁੱਛੋ ਨਾ, ਉਹਦੇ ਉੱਤੇ ਉਹਨੂੰ ਸਮੱਸਿਆ ਹੈ, ਉਹ ਨਹੀਂ ਜਾਊਗਾ। ਤੁਸੀਂ ਵੈਸੇ ਵੀ ਜੇ 2 ਘੰਟੇ ਖੋਲੋਗੇ ਤਾਂ ਜ਼ਿਆਦਾ ਭੀੜ ਹੋਊਗੀ ਉਸ ਟਾਈਮ ਦੇ ਵਿੱਚ। ਇੱਕ ਇਹ ਵੀ ਹੋ ਸਕਦਾ ਵੀ ਜੇ ਕਰੋਨਾ ਕਰਕੇ ਕੁਝ ਬੰਦ ਕਰਨਾ, ਉਹ ਤਾਂ ਤੁਸੀਂ ਇੱਕ ਨੋਟਿਸ ਵੀ ਲਾ ਸਕਦੇ ਹੋ, ਬੈਰੀਕੇਡਿੰਗ ਥੋੜੀ ਸੂਲਾਂ ਥੋੜੀ ਲਾਉਂਗੇ। ਉਹ ਤਾਂ ਪਹਿਲਾਂ ਤੋਂ ਹੀ ਨਹੀਂ, ਉਹ ਤਾਂ ਕਰੋਨਾ ਤੋਂ ਵੀ ਪਹਿਲਾਂ ਹੀ ਬੈਰੀਕੇਡਿੰਗ ਕਰਤੀ ਸੀ। ਹੁਣ ਇਹਦੇ ਵਿੱਚ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਸਮਝ ਨਹੀਂ ਆ ਰਹੀ ਸਾਨੂੰ, ਤੁੱਕ ਨਹੀਂ ਹੈ। ਦੂਸਰਾ ਇਹ ਹੈ ਵੀ ਇਹ ਵਾਈਸ ਚਾਂਸਲਰ ਹੈਗਾ ਮੈਨੇਜਮੈਂਟ ਦਾ, ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਆਇਆ, ਤੇ ਮੈਨੇਜਮੈਂਟ ਦੇ ਵਿੱਚ ਕਿਵੇਂ ਪੈਸੇ ਕਮਾਉਣੇ ਆ, ਕਿਵੇਂ ਘਪਲੇ ਕਰਕੇ ਆਪਦੀ ਜੇਬ 'ਚ, ਕਿਉਂਕਿ ਅਸੀਂ ਸੁਣਿਆ ਇਹੀ ਹੈ ਵੀ ਇਹਨੇ ਖਾਸੀ ਕਈ ਕਰੋੜ ਰੁਪਏ ਜਾਂ ਕਈ ਲੱਖਾਂ ਰੁਪਏ ਡੋਨੇਸ਼ਨ ਦੇ ਕੇ ਪਹੁੰਚਿਆ ਇਹ ਵੀਸੀ ਦੇ ਇਸ ਅਹੁਦੇ ਦੇ ਉੱਤੇ, ਤੇ ਜਿੰਨੇ ਪੈਸੇ ਲਾਏ ਨੇ ਫਿਰ ਉਹ ਕਮਾਉਣੇ ਵੀ ਹੈ, ਫਿਰ ਉਹ ਕੰਟਰੈਕਟ ਨੇ, ਫਿਰ ਜਿੰਨੀਆਂ ਇਹ ਸਾਰੀਆਂ ਚੀਜ਼ਾਂ ਜਿੱਥੇ ਜਿਹੜਾ ਕੁਛ ਕੰਸਟਰਕਸ਼ਨ ਜਦੋਂ ਤੱਕ ਹੁੰਦੀ ਰਹੂਗੀ ਉਦੋਂ ਤੱਕ ਉਹਨਾਂ ਦੇ ਵਿੱਚ ਘਪਲੇ ਜਿੰਨੇ ਮਰਜ਼ੀ ਕਰੀਓ, ਯੂਨੀਵਰਸਿਟੀ ਦਾ ਫੰਡ ਖਾਂਦੇ ਜਾਓ। ਜਿਵੇਂ ਪੁਰਾਣੇ ਵੀਸੀ ਵੀ ਇਹੀ ਕੁਛ ਕਰਦਾ ਰਿਹਾ ਵਾ, ਉਦੋਂ ਵੀ ਇਹੀ ਹਾਲ ਹੋਇਆ ਸੀ ਵੀ ਉਹਨੇ ਵੀ ਵਾਧੂ ਘਪਲੇ ਕੀਤੇ ਸੀ। ਫਰੈਂਡ ਤੇ ਆਪਦੇ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਸਾਡੇ ਐਡਮ ਬਲਾਕ 'ਚ ਅੱਗ ਲੱਗੀ ਸੀ, ਉੱਤੇ ਵਾਲੀ ਬਿਲਡਿੰਗ 'ਚ, ਉੱਥੇ ਹੀ ਅੱਗ ਲੱਗੀ ਸੀ ਜਿੱਥੇ ਆਡਿਟ ਹੋਣਾ ਸੀਗਾ ਆਉਣ ਵਾਲੇ ਦਿਨਾਂ ਦੇ ਵਿੱਚ। ਮੈਨੂੰ ਲੱਗਦਾ ਇਹ ਵੀ ਇਹੀ ਜਿਹੀ ਕੋਸ਼ਿਸ਼ ਕਰ ਰਹੇ ਨੇ, ਇਹ ਹੋਰ ਤਰੀਕਿਆਂ ਨਾਲ ਟੇਢਿਆਂ ਨਾਲ ਕਰ ਰਹੇ। ਤੁਸੀਂ ਬੜਾ ਬੇਬਾਕੀ ਨਾਲ ਬੋਲਦੇ ਹੋ, ਤੁਹਾਡੇ ਤੇ ਵੀ ਫਿਰ ਬੜੀ ਕਾਰਵਾਈ ਹੋਊ ਜਾਂ ਤਿਰਛੀ ਨਜ਼ਰ ਹੋਊਗੀ? ਇੱਥੋਂ ਅੱਗੇ ਤੁਹਾਡੇ ਟੀਚਰ ਲੰਘ ਕੇ ਗਏ ਨੇ। ਬਿਲਕੁਲ, ਮਤਲਬ ਇਹ ਤਾਂ ਹੈਗੀ ਹੈ ਵੀ ਜਦੋਂ ਤੁਸੀਂ ਅਧਿਆਪਕਾਂ ਕੋਲ ਜਾਂਦੇ ਹੋ, ਜਦੋਂ ਤੁਸੀਂ ਬੋਲਦੇ ਹੋ ਤਾਂ ਤੁਹਾਨੂੰ ਐਡੀਆਂ ਇਹੋ ਜਿਹੀਆਂ ਧਮਕੀਆਂ ਤਾਂ ਮਿਲਦੀਆਂ ਨੇ ਵੀ ਹਾਂ ਵੀ ਤੁਹਾਨੂੰ, ਜਿਵੇਂ ਇੱਕ ਵਾਰ ਹੋਇਆ ਸੀ ਵੀ JNU ਦੇ ਵਿੱਚ ਜਦੋਂ ਬੱਚਿਆਂ ਦੇ ਨਾਲ ਲੜਕੀਆਂ ਦੇ ਨਾਲ ਉੱਥੇ ਹੋਸਟਲ ਦੇ ਵਿੱਚ ਅੰਦਰ ਵੜ ਕੇ ਕੁੱਟਮਾਰ ਕੀਤੀ ਸੀ, ਉਹ ਤੋਂ ਅਗਲੇ ਹੀ ਦਿਨ ਇੱਥੇ ਔਰਤ ਉਹਦੇ ਉੱਤੇ ਨਾ ਕੋਈ ਸੈਮੀਨਾਰ ਚੱਲ ਰਿਹਾ ਸੀ, ਉੱਥੇ ਵਾਈਸ ਚਾਂਸਲਰ ਪਹੁੰਚਿਆ ਸੀ ਤੇ ਉੱਥੇ ਕਿਰਨ ਖੇਰ ਨੇ ਆਉਣਾ ਸੀ। ਕਿਰਨ ਖੇਰ ਚਲੋ ਨਹੀਂ ਆਈ, ਪਰ ਭਾਜਪਾ ਦੇ ਮੰਤਰੀ ਆਏ ਸੀ। ਉੱਥੇ ਅਸੀਂ ਭਰੇ ਹਾਲ ਦੇ ਵਿੱਚ ਖੜ ਕੇ ਨਾਅਰੇਬਾਜ਼ੀ ਕਰਦੇ ਹੋਏ ਵਿਰੋਧ ਕੀਤਾ ਸੀਗਾ ਸਪੀਕਰ ਨੂੰ, ਤੇ ਉਹ ਸਾਰੇ ਭੱਜ ਗਏ ਸੀ ਉੱਥੋਂ ਹਾਲ ਛੱਡ ਕੇ। ਉਸ ਵੇਲੇ ਵਾਈਸ ਚਾਂਸਲਰ ਨੇ ਹੁਕਮ ਦਿੱਤਾ ਸੀ ਵੀ ਜਿਹੜੇ ਵਿਦਿਆਰਥੀ ਨੇ ਇਹਨਾਂ ਨੂੰ ਜਾਣ ਪਛਾਣ ਕਰਕੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ। ਉਸ ਵੇਲੇ ਇਹਨੂੰ ਕਿਸੇ ਭਲੇ ਨੇ ਸਮਝਾਇਆ
ਸਮਝਾਇਆ ਸੀ ਵੀ ਮੂਰਖਾ, ਜੇ ਤਾਂ ਇਹ ਕਰੇਗਾ ਤਾਂ ਫਿਰ ਐਕਸ਼ਨ ਹੋਰ ਵੱਡਾ ਹੋਊਗਾ, ਫਿਰ ਭੜਕ ਜਾਣਗੇ ਸਾਰੇ ਹੀ ਵਿਦਿਆਰਥੀ। ਹੁਣ ਚੁੱਪ ਕਰ ਜਾਓ, ਇਹੋ ਜਿਹਾ ਕੰਮ ਸਾਨੂੰ ਇਹੋ ਜਿਹੇ ਐਕਸ਼ਨ ਨਹੀਂ ਲੈਣੇ ਚਾਹੀਦੇ, ਨਹੀਂ ਤਾਂ ਨੋਟਿਸ ਨਿਕਲ ਗਏ ਸੀ ਸਾਰੇ ਵਿਦਿਆਰਥੀਆਂ ਨੂੰ ਵੀ ਇਹਨਾਂ ਤੇ ਕੋਈ ਨਾ ਕੋਈ ਐਕਸ਼ਨ ਲਿਆ ਜਾਵੇ। ਪਰ ਕੀ ਕਰਨਗੇ, ਐਕਸ਼ਨ ਕਿਵੇਂ ਲੈ ਸਕਦੇ ਨੇ? ਤੁਹਾਡੀਆਂ ਵੱਧ ਤੋਂ ਵੱਧ ਪੜ੍ਹਾਈਆਂ ਸਾਲ 2 ਸਾਲ ਹੋਰ ਟਾਲ ਦੇਣਗੇ, ਤੁਹਾਨੂੰ ਤੁਹਾਡੀਆਂ ਸਪਲੀਆਂ ਆ ਸਕਦੀਆਂ ਨੇ, ਇਹ ਤੋਂ ਵੱਧ ਤਾਂ ਨਹੀਂ ਕੁਛ। ਪਰ ਜਿਸ ਕਦਰ ਇਹ ਯੂਨੀਵਰਸਿਟੀ ਨੂੰ ਵੇਚਣ ਤੁਰੇ ਹੋਏ ਆ, ਜਿਸ ਤਰ੍ਹਾਂ ਭਗਵਾਂ ਕਰਨ, ਕੇਂਦਰੀਕਰਨ ਇਸ ਯੂਨੀਵਰਸਿਟੀ ਦਾ ਕਰਨ ਲੱਗੇ, ਮੈਨੂੰ ਲੱਗਦਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਚਣੀਆਂ ਹੀ ਨਹੀਂ, ਪੜ੍ਹਨ ਜੋਗੇ ਬਚਣਾ ਹੀ ਨਹੀਂ ਇਸ ਯੂਨੀਵਰਸਿਟੀ ਦਾ ਹਾਲ। ਜੀ, ਇਹ ਵੀ ਕਿਹਾ ਜਾਂਦਾ ਹੈਗਾ ਵੀ ਇਸੇ ਹੀ ਰਿਹਾਇਸ਼ ਦੇ ਉੱਪਰ, ਇਸੇ ਹੀ ਕੋਠੀ ਦੇ ਉੱਪਰ ਇੱਕ ਝੰਡਾ ਸੀਗਾ ਤੇ ਤਰਸ਼ੂਲ ਵੀ ਲੱਗਿਆ ਹੋਇਆ ਸੀ, ਹੁਣ ਮੌਜੂਦ ਆ। ਬਿਲਕੁਲ ਬਿਲਕੁਲ, ਭਗਵਾਂ ਝੰਡਾ ਤਰਸ਼ੂਲ ਮੌਜੂਦ ਆ। ਜਿੱਦਣ ਵਾਈਸ ਚਾਂਸਲਰ ਆ ਕੇ ਇੱਥੇ ਆਪਦਾ ਕਾਰਜਕਾਲ ਸੰਭਾਲਦਾ, ਇੱਥੇ ਅਧਿਆਪਕ ਉਹਦਾ ਪਾਰਟੀ ਦੇ ਲਈ ਵੈਲਕਮ ਕਰ ਰਹੇ ਨੇ ਯੂਨੀਵਰਸਿਟੀ ਦੇ ਵਿੱਚ, ਉਹ ਇੱਥੇ ਨਹੀਂ ਆਉਂਦਾ। ਉਹ ਪਹਿਲਾਂ 18 ਸੈਕਟਰ ਸੰਘ ਦੇ ਦਫ਼ਤਰ ਗਿਆ ਹੈ, ਉੱਥੇ ਜਾ ਕੇ ਆਪਦਾ, ਕਿਉਂਕਿ ਸੰਘੀਆਂ ਨੂੰ ਆ ਨਾ ਇਹਦੀ ਅਸਲ ਤਾਂ ਉਹ ਕੀ ਕਹਿੰਦੇ ਹੁੰਦੇ ਜ਼ਿੰਮੇਵਾਰੀ ਜਿਹੜੀ ਉਹਨੇ ਜਵਾਬਦੇਹੀ ਹੈ, ਇਸ ਕਰਕੇ ਉੱਥੇ ਜਾ ਕੇ ਪਹਿਲਾਂ ਆਪਦੇ ਚਰਨ ਸਪਰਸ਼ ਕਰਕੇ ਆਇਆ, ਦੱਸ ਕੇ ਆਇਆ, ਆ ਗਿਆ ਬਈ ਮੈਂ ਤੁਹਾਡੀ ਯੂਨੀਵਰਸਿਟੀ 'ਚ ਏਜੰਡੇ ਲਾਗੂ ਕਰਨ। ਤੇ ਹੋ ਵੀ ਉਹੀ ਰਿਹਾ ਵੀ 3 ਸਾਲ ਤੋਂ ਵਿਦਿਆਰਥੀਆਂ ਦੀ ਕੋਈ ਨਹੀਂ ਸੁਣੀ ਜਾ ਰਹੀ, ਅਧਿਆਪਕਾਂ ਦੀ ਕੋਈ ਨਹੀਂ ਸੁਣੀ ਜਾ ਰਹੀ, ਆਪਦੇ ਏਜੰਡੇ ਹੀ ਇੱਕ ਤੋਂ ਬਾਅਦ ਇੱਕ ਲਗਾਤਾਰ ਲਾਗੂ ਕੀਤੇ ਜਾ ਰਹੇ ਨੇ। ਹੁਣ 3 ਸਾਲ ਫਿਰ ਐਕਸਟੈਂਸ਼ਨ ਮਿਲ ਗਈ, 3 ਸਾਲ ਪੂਰੇ ਹੋ ਚੁੱਕੇ ਇਹਦੇ ਜੁਲਾਈ 'ਚ, ਹੋਰ 3 ਸਾਲਾਂ ਲਈ ਆ, ਤਾਂ ਪਤਾ ਨਹੀਂ ਕਿਹੜੇ ਕੀ ਹਾਲ ਬਣੂਗਾ ਇਸ ਯੂਨੀਵਰਸਿਟੀ ਦਾ ਜੇ ਲੰਬਾ ਟਾਈਮ ਇਹ ਇਸੇ ਤਰ੍ਹਾਂ ਰਿਹਾ ਤਾਂ ਇੱਥੇ। ਜੀ ਜੀ, ਤਰਸ਼ੂਲ ਹਜੇ ਵੀ ਮੌਜੂਦ ਆ ਉੱਪਰ? ਬਿਲਕੁਲ ਹਾਂਜੀ, ਉੱਪਰ ਮੌਜੂਦ ਆ, ਆਪਾਂ ਦੇਖ ਸਕਦੇ ਹਾਂ ਤਰਸ਼ੂਲ ਕੋਠੀ ਦੇ ਮੂਹਰਲੇ ਪਾਸੇ ਉੱਤੇ ਮੌਜੂਦ ਨੇ। ਆਨਸਰ ਸਭ ਤੋਂ ਪਹਿਲਾਂ ਭਗਵਾਂ ਝੰਡਾ ਤੇ ਤਰਸ਼ੂਲ ਲਾਇਆ ਸੀ ਆਪਦੀ ਕੋਠੀ ਦੇ ਉੱਤੇ, ਪਛਾਣ ਦੱਸੀ ਸੀ ਇਹ ਯੂਨੀਵਰਸਿਟੀ ਦੇ ਰੰਗ ਅਸੀਂ ਵੀ ਜਿਵੇਂ ਇੱਥੇ ਲਹਿਰਾਇਆ, ਇਹਦਾ ਕੋਸ਼ਿਸ਼ ਤਾਂ ਇਹੀ ਆ ਵੀ ਇਸ ਯੂਨੀਵਰਸਿਟੀ ਦੇ ਵਿੱਚ ਵੀ ਇਸੇ ਤਰ੍ਹਾਂ ਭਗਵਾਂ ਰੰਗ ਤੇ ਇਹ ਤਰਸ਼ੂਲ ਥਾਂ ਥਾਂ ਦੇ ਉੱਤੇ ਲਗਾ ਦਿੱਤੇ ਜਾਣ। ਜੀ, ਜਿਵੇਂ ਤੁਸੀਂ ਹੁਣ ਧਰਨੇ ਦੇ ਉੱਤੇ ਬੈਠੇ ਹੋ, ਤੁਹਾਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਮਸਲਾ ਨਹੀਂ ਹੱਲ ਹੁੰਦਾ, ਮੈਂ ਅੱਗੇ ਬਿੱਲੇ ਨੂੰ ਵੀ ਸਵਾਲ ਕੀਤਾ ਸੀ, ਜਾਂ ਕੋਈ ਤੁਹਾਡੀ ਨਹੀਂ ਬਾਂਹ ਫੜਦਾ, ਸੰਘਰਸ਼ ਦੀ ਕੀ ਰੂਪ ਰੇਖਾ ਰਹੂਗੀ? ਸੰਘਰਸ਼ ਤਿੱਖਾ ਕਰੋਗੇ? ਜਿਵੇਂ ਕੱਲ੍ਹ ਜਥੇਬੰਦੀਆਂ ਦੇ ਨੁਮਾਇੰਦੇ ਆਏ, ਉਹ ਕਹਿੰਦੇ ਟਰਾਲੀਆਂ ਤੱਕ ਅੰਦਰ ਆ ਸਕਦੀਆਂ ਗਈਆਂ ਯੂਨੀਵਰਸਿਟੀ ਦੇ, ਤੁਹਾਨੂੰ ਕੀ ਲੱਗਦਾ ਹੈਗਾ ਵੀ ਉੱਥੋਂ ਤੱਕ ਸੋਚੀ ਬੈਠੇ ਹੋ ਤੁਸੀਂ? ਜਿਹੜੀਆਂ ਵੀ ਅਧਿਆਪਕ ਸਟੂਡੈਂਟ ਜਥੇਬੰਦੀਆਂ, ਤੁਹਾਡੀਆਂ ਵਿਦਿਆਰਥੀ ਜਥੇਬੰਦੀਆਂ ਗਈਆਂ, ਸੋਚੀ ਬੈਠੀਆਂ ਗਈਆਂ? ਬਿਲਕੁਲ ਜੀ, ਅਸੀਂ ਹਮੇਸ਼ਾ ਇੱਕ ਉਦਾਹਰਨ ਦਿੰਦੇ ਹੁੰਦੇ ਹਾਂ ਵਿਦਿਆਰਥੀਆਂ ਨੂੰ ਵੀ ਵਿਦਿਆਰਥੀ ਏਕੇ ਦੇ ਦਮ ਉੱਤੇ ਕੀ ਹੋ ਸਕਦਾ। 2017 ਚ 1100% ਫੀਸਾਂ ਵਧੀਆਂ ਸੀ ਇੱਥੇ, ਉਸ ਵੇਲੇ ਸਭ ਇਹ ਕਹਿ ਰਹੇ ਸੀ ਵੀ ਸੰਭਵ ਨਹੀਂ ਹੈਗਾ ਵੀ ਉਹ ਫੀਸਾਂ ਵਾਪਸ ਹੋਣ। 10,000 ਰੁਪਏ ਤੋਂ 1-1 ਲੱਖ ਰੁਪਏ ਫੀਸ ਚੱਕ ਕੇ ਮਾਰੀ ਸੀ ਇਹਨਾਂ ਨੇ ਕੋਰਸਾਂ ਦੀ, ਤੇ ਉਸ ਵੇਲੇ 1.5 ਮਹੀਨਾ ਲੰਬਾ ਸੰਘਰਸ਼ ਚੱਲਿਆ। ਇਹ ਤੋਂ ਪੁਰਾਣਾ VC ਸੀ, ਉਹ ਵੀ ਨਹੀਂ ਸੀ ਗੱਲ ਸੁਣਦਾ, ਉਦੋਂ ਆ ਨਹੀਂ ਸੀ ਰਿਹਾ, ਵਿਦਿਆਰਥੀਆਂ ਨੇ ਬਹੁਤ ਲੰਮੇ ਉਹ ਚਲਾਏ। ਫਿਰ ਐਂਡ ਤੇ 11 ਅਪ੍ਰੈਲ ਦੀ ਘਟਨਾ ਮੈਨੂੰ ਲੱਗਦਾ ਸਭ ਨੂੰ ਯਾਦ ਹੋਊਗੀ ਵੀ ਉਸ ਦਿਨ ਪੁਲਿਸ ਨੇ ਜਦੋਂ ਲਾਠੀ ਚਾਰਜ ਕੀਤਾ ਤਾਂ ਵਿਦਿਆਰਥੀਆਂ ਨੇ ਉਹਨੂੰ ਰਿਟੈਲੀਏਟ ਕੀਤਾ ਸੀਗਾ, ਜਵਾਬ ਦਿੱਤੇ ਸੀਗੇ ਵਿਦਿਆਰਥੀਆਂ ਦੇ, ਜਿਹੜਾ ਹੱਥ ਚੀਜ਼ ਆਈ ਚੱਕ ਕੇ ਮਾਰਿਆ ਸੀਗਾ ਉਦੋਂ, ਕਿਉਂਕਿ ਸੁਣੀ ਨਹੀਂ ਸੀ ਜਾ ਰਹੀ, ਸਾਡੇ ਸਬਰ ਦਾ ਬੰਨ੍ਹ ਟੁੱਟ ਚੁੱਕਿਆ ਸੀ। ਤੇ ਅਸੀਂ ਉਹਨੂੰ ਵਾਇਲੈਂਸ ਨਹੀਂ ਕਹਿੰਦੇ, ਅਸੀਂ ਉਹਨੂੰ ਹਿੰਸਾ ਨਹੀਂ ਕਹਿੰਦੇ, ਅਸੀਂ ਉਹਨੂੰ ਵਿਦਿਆਰਥੀਆਂ ਦਾ ਜਵਾਬ ਕਹਿੰਦੇ ਆ, ਰੋਹ ਕਹਿੰਦੇ ਆ, ਜਿਹੜਾ ਜਦੋਂ ਤੁਸੀਂ ਸਾਡੇ ਉੱਤੇ ਹਿੰਸਾ ਕਰਦੇ ਹੋ ਤਾਂ ਵਿਦਿਆਰਥੀ ਜਵਾਬ ਦੇਣਗੇ। ਇਹੋ ਜਿਹੀਆਂ ਘਟਨਾਵਾਂ ਜੇ ਹੁਣ ਮਜਬੂਰ ਹੀ ਕੀਤਾ ਜਾ ਰਿਹਾ, ਸਾਡੀਆਂ ਜਿੰਨੀਆਂ ਮਰਜ਼ੀ ਚਿੱਠੀਆਂ ਲਿਖ ਲਓ, ਜਿੰਨੇ ਮਰਜ਼ੀ ਮੈਮੋਰੈਂਡਮ ਦੇ ਦਿਓ, ਮੰਗ ਪੱਤਰ ਦੇ ਦਿਓ, ਸਾਰੇ ਰੱਦੀ ਦੇ ਵਿੱਚ ਚਲੇ ਜਾਂਦੇ ਆ, ਜਮਾਂ ਹੀ ਕੋਈ ਸੁਣਨ ਨੂੰ ਹੀ ਨਹੀਂ ਤਿਆਰ। ਵਾਈਸ ਚਾਂਸਲਰ ਤਾਂ ਵਾਈਸ ਚਾਂਸਲਰ, ਜਿਹੜਾ ਡੀਨ ਵਿਦਿਆਰਥੀ ਭਲਾਈ ਆ, DUI ਆ, ਰਜਿਸਟਰਾਰ, ਕੋਈ ਵੀ ਆ ਕੇ ਗੱਲ ਸੁਣਨ ਨੂੰ ਤਿਆਰ ਨਹੀਂ। ਤਾਂ ਤੁਸੀਂ ਵਿਦਿਆਰਥੀਆਂ ਦੇ ਮੁੱਖ ਤੌਰ ਤੇ ਤਾਂ ਸਬਰ ਦਾ ਇਮਤਿਹਾਨ ਲੈ ਰਹੇ ਹੋ ਨਾ, ਤੇ ਇਸ ਕਰਕੇ ਸਾਡੀਆਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਤਿੱਖੇ ਕਰਾਂਗੇ ਅਸੀਂ ਸੰਘਰਸ਼ ਨੂੰ। 26 ਤਰੀਕ ਨੂੰ ਇੱਕ ਵੱਡੀ ਕਾਲ ਦੇ ਰਹੇ ਹਾਂ ਵੀ ਬਹੁਤ ਵੱਡਾ ਧਰਨਾ ਇੱਥੇ ਹੀ ਕਰਾਂਗੇ, ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਵੱਡਾ ਇਕੱਠ ਕਰਕੇ ਕਰਾਂਗੇ। ਉਸ ਦਿਨ ਜੇ ਸੈਨੇਟ ਦੀਆਂ ਚੋਣਾਂ ਦੀ ਡੇਟ ਨਹੀਂ ਅਨਾਉਂਸ ਹੁੰਦੀ, ਉਹ ਤੋਂ ਅਗਲਾ ਐਕਸ਼ਨ ਫਿਰ ਇਹ ਆਪ ਜ਼ਿੰਮੇਵਾਰ ਹੋਣਗੇ। ਅਸੀਂ ਇਹਨਾਂ ਨੂੰ ਪਹਿਲਾਂ ਹੀ ਇਹ ਚੁਣੌਤੀ ਦਿੰਦੇ ਹਾਂ ਵੀ ਤੁਸੀਂ ਜ਼ਿੰਮੇਵਾਰ ਹੋ ਅੱਗੇ ਆਉਣ ਵਾਲੇ ਸਮੇਂ 'ਚ, ਕਿਉਂਕਿ ਸਾਡੀ ਤੁਸੀਂ ਪੜ੍ਹਾਈ ਦਾ ਨੁਕਸਾਨ ਕਰ ਰਹੇ ਹੋ। 1.5 ਸਾਲ ਹੋ ਗਿਆ, ਸਾਰਾ ਕੁਝ ਖੁੱਲ੍ਹ ਗਿਆ, ਯੂਨੀਵਰਸਿਟੀ ਕਿਉਂ ਨਹੀਂ ਖੁੱਲ੍ਹ ਰਹੀ? ਇੱਕ ਲੌਜਿਕ ਨਹੀਂ ਹੈਗਾ, ਇੱਕ ਮੰਚ ਤੇ ਆ ਕੇ ਗੱਲਬਾਤ ਕਰਨ ਨੂੰ ਤਿਆਰ ਨਹੀਂ, ਕੋਈ ਡਿਬੇਟ ਨਹੀਂ ਕਰ ਸਕਦੇ। ਦੂਸਰੀ ਗੱਲ, ਸੈਨੇਟ ਦੀਆਂ ਚੋਣਾਂ ਕਿਉਂ ਨਹੀਂ ਹੋ ਰਹੀਆਂ ਜਦੋਂ ਸਾਰਾ ਕੁਝ ਸੰਭਵ ਹੈ, ਜਦੋਂ ਹੋ ਸਕਦਾ ਹੈ, ਬਹਾਨੇ ਬਣਾਏ ਜਾ ਰਹੇ ਨੇ। ਜੀ ਧੰਨਵਾਦ ਅਮਨ, ਤੁਸੀਂ ਟਾਈਮ ਦਿੱਤਾ। ਮੈਂ ਇੱਕ ਵਾਰ ਫਿਰ ਚਾਹੂੰਗਾ ਆਪਣੇ ਸਹਿਯੋਗੀ ਨੂੰ ਵੀ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ, ਕਿਵੇਂ ਬੈਰੀਗੇਟਿੰਗ ਕੀਤੀ ਹੋਈ ਆ, ਕਿਵੇਂ ਜਿਹੜੀਆਂ ਗਈਆਂ ਕੰਡਿਆਲੀ ਤਾਰ ਲਾਈ ਹੋਈ ਆ। ਇੱਥੋਂ ਤੱਕ ਕਿ ਸਟੂਡੈਂਟ ਇੱਥੋਂ ਤੱਕ ਵੀ ਮੰਗ ਰਹੇ ਨੇ ਵੀ ਜਿਹੜਾ ਸਾਡਾ ਹੱਕ ਆ ਜਾਂ ਗੱਲਬਾਤ ਕਰਨ ਦਾ ਹੱਕ ਆ, ਉਹ ਹੱਕ ਹੀ ਸਾਨੂੰ ਦਿੱਤਾ ਜਾਵੇ, ਸਾਡੇ ਨਾਲ ਕੋਈ ਗੱਲਬਾਤ ਤਾਂ ਕਰੇ। ਪਰ ਇੱਥੇ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ। ਅੱਗੇ ਫਿਰ ਹਾਜ਼ਰ ਹੋਵਾਂਗੇ ਲਗਾਤਾਰ ਇਸ ਰਿਪੋਰਟ ਦੇ ਨਾਲ, ਇਸ ਖਬਰ ਦੇ ਨਾਲ ਅਸੀਂ ਬਣੇ ਰਹਾਂਗੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।